ਨੈਕਸਟ ਟੌਪਿਕ ਹੈ ਆਪਣੇ ਕੋਲ ਦ ਹਿਊਮਨ ਹਾਰਟ। ਹੁਣ ਆਪਾਂ ਇਸ ਤੋਂ ਪਹਿਲਾਂ ਕੀ ਪੜ੍ਹ ਚੁੱਕੇ ਹਾਂ, ਬਲੱਡ ਬਾਰੇ ਪੜ੍ਹ ਚੁੱਕੇ ਹਾਂ ਕਿ ਬਲੱਡ ਵਿੱਚ ਰੈੱਡ ਬਲੱਡ ਸੈੱਲ ਹੁੰਦੇ ਆ, ਵਾਈਟ ਬਲੱਡ ਸੈੱਲ ਹੁੰਦੇ ਆ, ਬਲੱਡ ਪਲੇਟਲੇਟਸ ਹੁੰਦੇ ਆ, ਆਰਟਰੀਜ਼ ਹੁੰਦੀਆਂ, ਵੇਨਸ ਹੁੰਦੀਆਂ, ਕੈਪਲਰੀਜ਼ ਹੁੰਦੀਆਂ। ਠੀਕ ਹੈ, ਇੱਥੋਂ ਤੱਕ ਆਪਾਂ ਪੜ੍ਹ ਲਿਆ। ਹੁਣ ਆਪਾਂ ਪੜ੍ਹਨਾ ਹੈ ਕਿ ਹਿਊਮਨ ਹਾਰਟ ਹੈ ਜਿਹੜਾ, ਆਹ ਵਾਲਾ ਹਾਰਟ, ਇਹ ਵਰਕ ਕਿਵੇਂ ਕਰਦਾ। ਠੀਕ ਹੈ, ਕਿ ਇਹਦੇ ਵਿੱਚ ਟੂ ਕੀਪ ਦ ਬੋਡੀ ਮੂਵਿੰਗ ਥਰੂ ਦ ਬਲੱਡ ਵੈਸਲਸ ਦ ਬੋਡੀ ਹੈਜ਼ ਅ ਮਸਕੂਲਰ ਪੰਪ। ਜਿਹੜਾ ਬਲੱਡ ਹੈ ਇਹ ਆਪਣੇ ਪੂਰੇ ਬਲੱਡ ਵੈਸਲਸ ਦੇ ਵਿੱਚ, ਪੂਰੀਆਂ ਆਰਟਰੀ ਵੇਨਸ ਦੇ ਵਿੱਚ ਹਮੇਸ਼ਾ ਕੀ ਹੈ, ਮੂਵ ਕਰਦਾ ਰਹੇ। ਤਾਂ ਹੁਣ ਇਹ ਆਪਣੇ ਆਪ ਤਾਂ ਮੂਵ ਕਰਦਾ ਨਹੀਂ। ਠੀਕ ਹੈ, ਜਿਵੇਂ ਇੱਕ ਵਾਟਰ ਹੈ, ਹੁਣ ਥੱਲੇ ਮਤਲਬ ਮੱਛੀ ਮੋਟਰ ਤੋਂ ਮੰਨ ਲਓ ਪਾਣੀ ਉੱਪਰ ਟੈਂਕੀ ਤੱਕ ਕਿਵੇਂ ਜਾਂਦਾ ਹੈ, ਕੋਈ ਨਾ ਕੋਈ ਪੰਪ ਲਾਇਆ ਹੁੰਦਾ ਨਾ। ਉਵੇਂ ਹੈ ਕਿ ਜਿਹੜਾ ਇਹ ਬਲੱਡ ਵੈਸਲਸ ਦੇ ਵਿੱਚ ਜਿਹੜਾ ਬਲੱਡ ਕੰਟੀਨਿਊਸਲੀ ਮੂਵ ਕਰਨਾ ਹੈ, ਇਹ ਬਲੱਡ ਨੂੰ ਕੰਟੀਨਿਊਸਲੀ ਮੂਵ ਕਰਾਉਣ ਲਈ ਵੀ ਇੱਕ ਮਸਕੂਲਰ ਪੰਪ ਲੱਗਾ ਹੁੰਦਾ ਆਪਣੀ ਬੋਡੀ 'ਚ, ਅਤੇ ਇਹ ਪੰਪ ਨੂੰ ਆਪਾਂ ਹਾਰਟ ਕਹਿੰਦੇ ਹਾਂ। ਠੀਕ ਹੈ, ਦਿਸ ਪੰਪ ਇਜ਼ ਕਾਲਡ ਦ ਹਾਰਟ ਐਂਡ ਇਟ ਇਜ਼ ਅਬਾਊਟ ਦ ਸਾਈਜ਼ ਆਫ ਕਲੈਂਚਡ ਫਿਸਟ। ਕਲੈਂਚਡ ਫਿਸਟ ਮਤਲਬ ਆਪਣੀ ਜਦੋਂ ਮੁੱਠੀ ਬੰਦ ਕਰ ਲੈਂਦੇ ਹਾਂ, ਮੁੱਠੀ ਬੰਦ ਦਾ ਜਿੰਨਾ ਸਾਈਜ਼ ਹੁੰਦਾ ਓਨਾ ਹੀ ਸਾਈਜ਼ ਹਿਊਮਨ ਹਾਰਟ ਦਾ ਹੁੰਦਾ। ਦ ਹਾਰਟ ਇਜ਼ ਲੋਕੇਟਡ ਇਨ ਦ ਮਿਡਲ ਆਫ ਦ ਚੈਸਟ ਕੈਵਿਟੀ। ਹਿਊਮਨ ਬੋਡੀ ਦੀ ਚੈਸਟ ਕੈਵਿਟੀ ਦੇ ਮਤਲਬ ਕਿ ਮਿਡਲ ਵਿੱਚ ਹੁੰਦਾ ਹੈ, ਚੈਸਟ ਕੈਵਿਟੀ ਦੇ ਮਿਡਲ ਵਿੱਚ ਹੁੰਦਾ ਹੈ। ਐਂਡ ਇਟਸ ਟਿਲਟਡ ਟੂਵਰਡਸ ਦ ਲੈਫਟ, ਅਤੇ ਬੋਡੀ ਥੋੜ੍ਹਾ ਲੈਫਟ ਸਾਈਡ 'ਤੇ ਹੁੰਦਾ ਹੈ ਆਪਣਾ ਹਾਰਟ। ਇਟ ਇਜ਼ ਇਨਕਲੋਜ਼ਡ ਇਨ ਅ ਪ੍ਰੋਟੈਕਟਿਵ ਮੈਂਬਰੇਨ ਕਾਲਡ ਪੈਰੀਕਾਰਡਮ। ਇਹ ਜਿਹੜਾ ਹਾਰਟ ਹੈ ਇਹਦੇ ਆਸੇ ਪਾਸੇ ਇੱਕ ਮੈਂਬਰੇਨ ਲੱਗੀ ਹੁੰਦੀ ਹੈ। ਹਾਰਟ ਦੇ ਆਸੇ ਪਾਸੇ ਇੱਕ ਪ੍ਰੋਟੈਕਟਿਵ ਮੈਂਬਰੇਨ ਲੱਗੀ ਹੈ। ਪ੍ਰੋਟੈਕਟਿਵ ਮੈਂਬਰੇਨ ਮਤਲਬ ਇਹ ਹਾਰਟ ਨੂੰ ਪ੍ਰੋਟੈਕਟ ਕਰਕੇ ਰੱਖਦੀ ਹੈ, ਅਤੇ ਉਹ ਮੈਂਬਰੇਨ ਨੂੰ ਆਪਾਂ ਬੋਲਦੇ ਹਾਂ ਪੈਰੀਕਾਰਡੀਅਮ। ਠੀਕ ਹੈ, just we can use a electric pump to pull water to the overhead tank from the underground। ਜਿਵੇਂ ਮੈਂ ਤੁਹਾਨੂੰ ਹੁਣ ਦੱਸਿਆ ਕਿ ਜਿਵੇਂ ਇੱਕ ਇਲੈਕਟ੍ਰਿਕ ਪੰਪ ਆਪਾਂ ਯੂਜ਼ ਕਰਦੇ ਹਾਂ ਗਰਾਊਂਡ ਤੋਂ, ਮਤਲਬ ਗਰਾਊਂਡ ਵਾਟਰ ਤੋਂ ਪਾਣੀ ਆਪਾਂ ਉੱਪਰ ਟੈਂਕੀ ਤੱਕ ਭੇਜਣ ਲਈ ਇੱਕ ਇਲੈਕਟ੍ਰਿਕ ਪੰਪ ਯੂਜ਼ ਕਰਦੇ ਹਾਂ। ਇਨ ਅ ਸਿਮਿਲਰ ਮੈਨਰ ਜਿਹੜਾ ਆਪਣਾ ਹਾਰਟ ਹੈ ਉਹ ਵੀ ਐਜ਼ ਅ ਪੰਪ ਕੰਮ ਕਰਦਾ ਹੈ ਕਿ ਸਾਰੀ ਬੋਡੀ ਤੱਕ, ਆਪਣੇ ਸਾਰੇ ਪਾਰਟਸ ਆਫ ਬੋਡੀ ਤੱਕ ਬਲੱਡ ਕੀ ਹੈ, ਪ੍ਰੋਪਰਲੀ ਫਲੋ ਕਰਦਾ ਰਹੇ। ਠੀਕ ਹੈ, ਵਿਦਆਊਟ ਹਾਰਟ the blood flow would be very slow and inefficient। ਅਗਰ ਆਪਣਾ ਹਾਰਟ ਪ੍ਰੋਪਰਲੀ ਕੰਮ ਨਹੀਂ ਕਰੂਗਾ ਤਾਂ ਜਿਹੜਾ ਬਲੱਡ ਆ ਉਹ ਬਹੁਤ ਸਲੋ ਮੂਵ ਕਰੂਗਾ, ਅਤੇ ਉਹ ਨਾ ਮਾਤਰ ਹੀ ਮੂਵ ਕਰਨ ਦੇ ਬਰਾਬਰ ਹੈ। ਜੇ ਬਲੱਡ ਰੁਕ ਗਿਆ ਤਾਂ ਆਪਣੀ ਡੈਥ ਹੋ ਸਕਦੀ ਹੈ। ਨੈਕਸਟ ਆ ਗਿਆ, ਦ ਬਲੂ whale ਹੈਜ਼ ਅ ਲਾਰਜੈਸਟ ਹਾਰਟ ਇਨ ਦ ਐਨੀਮਲ ਕਿੰਗਡਮ। ਅਗਰ ਐਨੀਮਲ ਕਿੰਗਡਮ ਦੀ ਗੱਲ ਕਰੀਏ ਤਾਂ ਆਹ ਵਾਲਾ ਜਿਹੜਾ ਹਾਰਟ ਹੈ ਨਾ, ਇਹ ਬਲੂ whale ਦਾ ਹਾਰਟ ਹੈ, ਬਲੂ whale। ਠੀਕ ਹੈ, ਅਤੇ ਬਲੂ whale ਦਾ ਹਾਰਟ ਨੂੰ ਲਾਰਜੈਸਟ ਹਾਰਟ ਮੰਨਿਆ ਜਾਂਦਾ ਹੈ। ਦ ਹਾਰਟ ਆਫ ਦ ਬਲੂ whale ਕੈਨ ਵੇ ਅਬਾਊਟ 680 ਗ੍ਰਾਮ। ਇਹਦਾ ਜਿਹੜਾ ਵੇਟ ਹੁੰਦਾ ਹੈ ਬਲੂ whale ਹਾਰਟ ਦਾ 680 ਕਿਲੋਗ੍ਰਾਮ ਹੁੰਦਾ ਹੈ। ਇਜ਼ ਐਜ਼ ਲਾਰਜ ਐਜ਼ ਸਮਾਲ ਕਾਰ, ਜਿਵੇਂ ਇੱਕ ਛੋਟੀ ਆਪਣੀ ਕਾਰ ਹੁੰਦੀ ਹੈ, ਉਸ ਕਾਰ ਜਿੰਨਾ ਆਪਾਂ ਕਹਿ ਸਕਦੇ ਇਹਦਾ ਵੇਟ ਹੁੰਦਾ। ਠੀਕ ਹੈ, ਦ ਆਇਰੋਟਾ ਇਜ਼ ਲਾਰਜ ਇਨਫ ਫॉर ਐਨ ਅਡਲਟ ਹਿਊਮਨ ਟੂ ਕ੍ਰੀਪ ਥਰੂ ਇਟ। ਅਤੇ ਜਿਹੜਾ ਇਹਦਾ ਆਇਓਟਾ ਹੁੰਦਾ ਹੈ ਉਹ ਇੰਨਾ ਕੁ ਲਾਰਜ ਹੁੰਦਾ ਹੈ ਕਿ ਹਿਊਮਨ ਬੋਡੀ ਵੀ ਪੂਰੀ ਇਹਦੇ ਵਿੱਚ ਕਵਰ ਹੋ ਸਕਦੀ ਹੈ। ਠੀਕ ਹੈ, ਆਇਓਟਾ ਜਿਹਦੇ ਵਿੱਚ ਬਲੱਡ ਵਗੈਰਾ ਫਲੋ ਕਰਨਾ ਹੁੰਦਾ ਹੈ। ਦ ਹਾਰਟ ਆਫ ਦ ਬਲੂ whale ਬੀਟਸ ਜਸਟ 5-6 ਟਾਈਮਸ ਪਰ ਮਿਨਟ। ਜਿਹੜਾ ਹਾਰਟ ਦਾ ਵੇਲ ਹੈ, ਜਿਹੜਾ ਵੇਲ ਦਾ ਹਾਰਟ ਹੈ, ਬਲੂ whale ਦਾ ਹਾਰਟ ਹੈ, ਉਹ 5 to 6 ਟਾਈਮਸ ਕੀ ਹੈ, ਪਰ ਮਿਨਟ ਬੀਟ ਕਰਦਾ। ਠੀਕ ਹੈ, ਔਨ ਦ ਅਦਰ ਹੈਂਡ ਹਿਊਮਨ ਹਾਰਟ ਬੀਟ 72 ਟਾਈਮਸ ਪਰ ਮਿਨਟ ਵਾਈਲ ਰੈਸਟਿੰਗ। ਅਤੇ ਜਦੋਂ ਆਪਾਂ ਰੈਸਟ ਕਰ ਰਹੇ ਹੁੰਦੇ ਹਾਂ, ਜਦੋਂ ਆਪਾਂ ਆਮ ਕੰਡੀਸ਼ਨ ਦੇ ਵਿੱਚ ਬੈਠੇ ਹਾਂ, ਤਾਂ ਉਹਦਾ ਆਪਣਾ ਹਾਰਟ ਕੀ ਹੈ, 72 ਟਾਈਮਸ ਬੀਟ ਕਰ ਜਾਂਦਾ ਪਰ ਮਿੰਟ। ਇੱਕ ਮਿੰਟ ਦੇ ਵਿੱਚ ਆਪਣਾ ਹਾਰਟ 72 ਟਾਈਮਸ ਬੀਟ ਕਰਦਾ। ਬਟ ਇਹ ਬਲੂ whale ਦਾ ਐਡਾ ਵੱਡਾ ਹਾਰਟ ਹੈ, ਇਹ 1 ਮਿੰਟ ਦੇ ਵਿੱਚ ਜਸਟ 5 to 6 ਟਾਈਮ ਹੀ ਬੀਟ ਕਰਦਾ। ਠੀਕ ਹੈ, ਤਾਂ ਸਭ ਤੋਂ ਲਾਰਜੈਸਟ ਹਾਰਟ ਕਿਹਦਾ ਹੁੰਦਾ ਹੈ, ਬਲੂ whale ਦਾ, ਜੋ ਕਿ ਐਨੀਮਲ ਕਿੰਗਡਮ ਵਿੱਚ ਸਭ ਤੋਂ ਲਾਰਜੈਸਟ ਹਾਰਟ ਹੈ। ਨੈਕਸਟ ਆ ਗਿਆ ਸਰਕੂਲੇਸ਼ਨ ਆਫ ਬਲੱਡ ਇਨ ਦਾ ਹਾਰਟ, ਕਿ ਹਾਰਟ ਦੇ ਵਿੱਚ ਹੁਣ ਇਹ ਬਲੱਡ ਕਿਵੇਂ ਸਰਕੂਲੇਟ ਹੁੰਦਾ ਹੈ, ਜਾਂ ਆਪਣੀ ਮਤਲਬ ਕਿਵੇਂ ਹਾਰਟ ਹੈ ਉਹ ਬਲੱਡ ਨੂੰ ਸਰਕੂਲੇਟ ਕਰਾਉਣ ਵਿੱਚ ਹੈਲਪਫੁਲ ਹੁੰਦਾ। ਦ ਮੂਵਮੈਂਟ ਆਫ ਬਲੱਡ ਥਰੂ ਦਾ ਹਾਰਟ ਐਂਡ ਅਰਾਊਂਡ ਦਾ ਬੋਡੀ ਇਜ਼ ਕਾਲਡ ਸਰਕੂਲੇਸ਼ਨ ਆਫ ਬਲੱਡ। ਜਿਹੜਾ ਬਲੱਡ ਹੈ, ਬਲੱਡ ਸਭ ਤੋਂ ਪਹਿਲਾਂ ਕਿ ਆਪਣੇ ਹਾਰਟ ਤੱਕ ਵੀ ਮੂਵ ਕਰਦਾ, ਇਹ ਆਪਣਾ ਹਾਰਟ ਹੈ, ਅਤੇ ਹਾਰਟ ਤੋਂ ਬਾਅਦ ਆਪਣੇ ਸਾਰੀ ਬੋਡੀ ਵਿੱਚ ਵੀ ਮੂਵ ਕਰਦਾ। ਅਤੇ ਇਹੀ ਮੂਵਮੈਂਟ ਆਫ ਬਲੱਡ ਹਾਰਟ ਤੋਂ ਆਪਣੀ ਸਾਰੀ ਬੋਡੀ ਤੱਕ ਜਦੋਂ ਜਾਂਦਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਸਰਕੂਲੇਸ਼ਨ ਆਫ ਬਲੱਡ, ਕਿ ਬਲੱਡ ਸਰਕੂਲੇਟ ਕਰ ਰਿਹਾ। ਹਿਊਮਨ ਹਾਰਟ ਦੇ ਵਿੱਚ ਮੰਨ ਲਓ ਹਿਊਮਨ ਹਾਰਟ ਹੈ, ਹਿਊਮਨ ਹਾਰਟ ਦੇ ਵਿੱਚ 4 ਚੈਂਬਰਸ ਹੁੰਦੇ ਆ। ਹਿਊਮਨ ਹਾਰਟ ਵਿੱਚ 4 ਪਾਰਟਸ ਹੁੰਦੇ ਆ, 4 ਚੈਂਬਰਸ ਹੁੰਦੇ ਆ। ਜਿਹੜੇ ਅੱਪਰ 2 ਚੈਂਬਰਸ ਹੈ, ਆਹ ਵਾਲੇ ਪਹਿਲੇ 2 ਚੈਂਬਰਸ ਹੈ, ਇਹਨਾਂ ਨੂੰ ਆਪਾਂ ਬੋਲਦੇ ਹਾਂ ਔਰੀਕਲਸ,
ਅਪਰ 2 ਚੈਂਬਰਸ ਨੂੰ ਕੀ ਬੋਲਦੇ ਆ? ਔਰੀਕਲਸ। ਤੇ ਜਿਹੜੇ ਲੋਅਰ ਚੈਂਬਰਸ ਹੁੰਦੇ ਆ ਵਾਲੇ ਨੀਚੇ ਵਾਲੇ ਚੈਂਬਰਸ, ਇਹਨਾਂ ਨੂੰ ਆਪਾਂ ਬੋਲਦੇ ਆ ਵੈਂਟਰੀਕਲਸ। ਠੀਕ ਹੈ, ਵੈਂਟਰੀਕਲਸ। ਇਹ ਕੋਈ 1 2 3 ਨਹੀਂ ਲਿਖਿਆ ਹੁੰਦਾ, ਜਸਟ ਮੈਂ ਵੈਸੇ ਹੀ ਲਿਖ ਰਹੀ ਹਾਂ ਕਿ 1 2 ਆਪ ਉੱਪਰਲੇ 2 ਜਿਹੜੇ ਹੁੰਦੇ ਆਪਣੇ ਕੋਲ ਚੈਂਬਰ, ਇਹਨਾਂ ਨੂੰ ਆਪਾਂ ਔਰੀਕਲਸ ਬੋਲਦੇ ਹਾਂ, ਅਤੇ ਨੀਚੇ ਵਾਲੇ ਜਿਹੜੇ 2 ਚੈਂਬਰਸ ਇਹਨਾਂ ਨੂੰ ਵੈਂਟਰੀਕਲਸ ਬੋਲਦੇ ਆ। ਠੀਕ ਹੈ, ਦ ਔਰੀਕਲਸ ਐਂਡ ਵੈਂਟਰੀਕਲਸ ਆਰ ਸੈਪਰੇਟਡ ਫਰਮ ਈਚ ਅਦਰ ਬਾਏ ਦ ਸਟਰਕਚਰ ਕਾਲਡ ਸੈਪਟਮ। ਹਿਊਮਨ ਹਾਰਟ ਦੇ ਵਿੱਚ ਕੀ ਹੈ? 4 ਚੈਂਬਰਸ ਹੁੰਦੇ ਆ ਨਾ, 1 2 3 4। ਇਹ ਜਿਹੜਾ ਔਰੀਕਲ, ਜਿਹੜੇ ਉੱਪਰਲੇ ਹੈਗੇ ਔਰੀਕਲ, ਠੀਕ ਹੈ, ਉੱਪਰਲੇ ਆਪਣੇ ਕੋਲ ਹੈਗੇ ਆ ਔਰੀਕਲਸ, ਅਤੇ ਨੀਚੇ ਵਾਲੇ ਆਪਣੇ ਕੋਲ ਹੈਗੇ ਆ ਵੈਂਟਰੀਕਲਸ। ਵੈਂਟਰੀਕਲਸ ਔਰੀਕਲ ਅਤੇ ਵੈਂਟਰੀਕਲ ਨੂੰ ਸੈਪਰੇਟ ਕਰਨ ਲਈ ਜੋ ਮਤਲਬ ਸੈਪਰੇਟ ਕਰਦਾ ਹੈ ਔਰੀਕਲ ਅਤੇ ਵੈਂਟਰੀਕਲ ਨੂੰ, ਜੋ ਚੀਜ਼ ਸੈਪਰੇਟ ਕਰਦੀ ਹੈ ਉਹਨੂੰ ਆਪਾਂ ਬੋਲਦੇ ਹਾਂ ਸੈਪਟਮ। ਠੀਕ ਹੈ, ਸੈਪਟਮ ਕੌਣ ਹੈ? ਜੋ ਔਰੀਕਲ ਅਤੇ ਵੈਂਟਰੀਕਲ ਨੂੰ ਹਿਊਮਨ ਹਾਰਟ ਵਿੱਚ ਸੈਪਰੇਟ ਕਰਦਾ, ਉਹ ਹੁੰਦੇ ਆ ਸੈਪਟਮ। ਦਿਸ ਪ੍ਰੀਵੈਂਟ ਦ ਮਿਕਸਿੰਗ ਆਫ ਆਕਸੀਜਨੇਟਡ ਐਂਡ ਡੀਆਕਸੀਜਨੇਟਡ ਬਲੱਡ। ਇਹਦੇ ਵਿੱਚ ਜਿਹੜਾ ਸੈਪਟਮ ਹੁੰਦਾ ਹੈ ਇਹ ਆਕਸੀਜਨੇਟਡ ਬਲੱਡ ਅਤੇ ਡੀਆਕਸੀਜਨੇਟਡ ਬਲੱਡ ਨੂੰ ਮਿਕਸ ਹੋਣ ਤੋਂ ਬਚਾਉਂਦਾ ਹੈ। ਠੀਕ ਹੈ, ਬਿਟਵੀਨ ਦ ਔਰੀਕਲਸ ਐਂਡ ਵੈਂਟਰੀਕਲਸ ਵਾਲਸ ਆਰ ਪ੍ਰੈਜੈਂਟ। ਮੰਨ ਲਓ ਇੱਕ ਆਹ ਆਪਣੇ ਕੋਲ ਹੈਗੀ ਹੈ ਔਰੀਕਲ, ਇਹ ਔਰੀਕਲ ਕਿਹੜੀ ਹੁੰਦੀ ਆਪਣੀ? ਰਾਈਟ ਔਰੀਕਲ। ਰਾਈਟ ਔਰੀਕਲ ਅਤੇ ਇਹ ਆਪਣੀ ਹੈਗੀ ਹੈ ਰਾਈਟ ਵੈਂਟਰੀਕਲ। ਰਾਈਟ ਔਰੀਕਲ ਅਤੇ ਰਾਈਟ ਵੈਂਟਰੀਕਲ ਦੇ ਵਿੱਚ ਜਿਹੜੀਆਂ ਕਿ ਮਤਲਬ ਬਲੱਡ ਜਿਹੜਾ ਜਦੋਂ ਰਾਈਟ ਔਰੀਕਲ ਤੋਂ ਨੀਚੇ ਆਉਂਦਾ ਰਾਈਟ ਵੈਂਟਰੀਕਲ ਤੱਕ, ਇਹ ਬਲੱਡ ਵਾਪਸ ਬੈਕ ਫਲੋ ਨਾ ਕਰ ਜੇ, ਤਾਂ ਉਹਦੇ ਵਿੱਚ ਕੀ ਲੱਗੀਆਂ ਹੁੰਦੀਆਂ? ਇੱਥੇ ਲੱਗੀਆਂ ਹੁੰਦੀਆਂ ਵਾਲਵਸ। ਵਾਲਵਸ, ਵਾਲਵਸ ਦਾ ਕੰਮ ਕੀ ਹੁੰਦਾ ਹੈ? ਟੂ ਪ੍ਰੀਵੈਂਟ ਦਾ ਬੈਕ ਫਲੋ ਆਫ ਬਲੱਡ। ਟੂ ਪ੍ਰੀਵੈਂਟ ਦਾ ਬੈਕ ਫਲੋ ਆਫ ਬਲੱਡ। ਅਤੇ ਵਾਲਵ ਹੋਰ ਕਾਹਦੇ ਵਾਸਤੇ ਰਿਸਪੋਂਸੀਬਲ ਹੈ? ਵਾਲਵਸ ਆਰ ਰਿਸਪੋਂਸੀਬਲ ਫॉर ਮੇਨਟੇਨਿੰਗ ਦਾ ਫਲੋ ਆਫ ਬਲੱਡ ਇਨ ਵਨ ਡਾਇਰੈਕਸ਼ਨ ਓਨਲੀ, ਕਿ ਜਿਹੜੇ ਬਲੱਡ ਹੈ ਉਹ ਸਿਰਫ ਇੱਕ ਡਾਇਰੈਕਸ਼ਨ 'ਚ ਹੀ ਜਾਵੇ। ਜੇ ਆਪਣਾ ਬਲੱਡ ਰਾਈਟ ਔਰੀਕਲ 'ਚ ਹੈ ਤਾਂ ਵਾਲਵ ਕੀ ਕਰੂਗਾ? ਉਹਨੂੰ ਰਾਈਟ ਵੈਂਟਰੀਕਲ 'ਚ ਲੈ ਕੇ ਜਾਊ, ਅਤੇ ਇੱਦਾਂ ਨਹੀਂ ਕਿ ਰਾਈਟ ਵੈਂਟਰੀਕਲ ਤੋਂ ਫਿਰ ਵਾਪਸ ਉੱਪਰ ਚੜ੍ਹ ਜੂਗਾ, ਇੱਦਾਂ ਨਹੀਂ ਹੁੰਦਾ। ਤਾਂ ਵਾਲਵ ਕੀ ਕਰਦੀਆਂ? ਪ੍ਰੀਵੈਂਟ ਕਰਦੀਆਂ ਬੈਕ ਫਲੋ। ਤਾਂ ਜਿਹੜਾ ਬਲੱਡ ਆ ਉਹ ਹਮੇਸ਼ਾ ਇੱਕ ਡਾਇਰੈਕਸ਼ਨ ਵਿੱਚ ਹੀ ਮੂਵ ਕਰਦਾ ਹੈ। ਸਿਰਫ ਕਾਹਦੇ 'ਚ ਮੂਵ ਕਰਦਾ ਹੈ? ਔਰੀਕਲ ਤੋਂ ਲੈ ਕੇ ਵੈਂਟਰੀਕਲ ਤੱਕ ਹੀ ਜਾਂਦਾ ਹੈ, ਰਿਵਰਸ ਨਹੀਂ ਜਾਂਦਾ, ਕਦੇ ਵੀ ਵੈਂਟਰੀਕਲ ਤੋਂ ਔਰੀਕਲ ਨਹੀਂ ਜਾਊਗਾ। ਜਿਹੜਾ ਬਲੱਡ ਹੈ ਉਹ ਕੀ ਹੈ? ਆਪਣਾ ਹਾਰਟ ਹੈ, ਹਾਰਟ ਵਿੱਚ 4 ਚੈਂਬਰਸ ਹੈ। ਆਹ ਹੈਗੇ ਉੱਪਰਲੇ ਆਰਟੀਕਲਸ, ਸੌਰੀ ਉੱਪਰਲੇ ਹੈਗੇ ਆਪਣੇ ਕੋਲ ਔਰੀਕਲਸ, ਨੀਚੇ ਹੈਗੇ ਆਪਣੇ ਕੋਲ ਵੈਂਟਰੀਕਲਸ। ਬਲੱਡ ਹੈ ਜਿਹੜਾ ਹਮੇਸ਼ਾ ਔਰੀਕਲ ਤੋਂ ਵੈਂਟਰੀਕਲ ਤੱਕ ਮੂਵ ਕਰਦਾ। ਠੀਕ ਹੈ, ਇਹ ਬਲੱਡ ਗਲਤੀ ਨਾਲ ਵੀ ਵੈਂਟਰੀਕਲ ਤੋਂ ਔਰੀਕਲ ਵਿੱਚ ਨਾ ਮੂਵ ਕਰ ਜੇ ਤਾਂ ਇਹਨਾਂ ਵਿੱਚ ਲੱਗੀਆਂ ਹੁੰਦੀਆਂ ਵਾਲਵਸ। ਵਾਲਵ ਕੀ ਕਰਦੀਆਂ? ਬੈਕ ਫਲੋ ਆਫ ਬਲੱਡ ਨੂੰ ਪ੍ਰੀਵੈਂਟ ਕਰਦੀਆਂ। ਠੀਕ ਹੈ, ਹੁਣ ਦੇਖੋ ਇਹ ਆਪਣੇ ਕੋਲ ਬਣਿਆ ਹੋਇਆ ਹਿਊਮਨ ਹਾਰਟ ਦੀ ਸਟਰਕਚਰ ਹੈ। ਇਹ ਉੱਪਰਲੀ ਪਾਰਟ ਜਿਹੜੀ ਆਪਣੇ ਕੋਲ ਹੁੰਦੀ ਹੈ, ਠੀਕ ਹੈ, ਉੱਪਰਲਾ ਜਿਹੜਾ ਪਾਰਟ ਹੈ ਇਹ ਹੁੰਦਾ ਆਪਣੇ ਕੋਲ ਰਾਈਟ ਔਰੀਕਲ। ਆਹ ਵਾਲਾ ਸਾਰਾ ਪਾਰਟ ਰਾਈਟ ਔਰੀਕਲ ਹੈ, ਆ ਨੀਚੇ ਵਾਲਾ ਰਾਈਟ ਵੈਂਟਰੀਕਲ। ਆਹ ਵਾਲਾ ਆਪਣੇ ਕੋਲ ਹੈਗਾ ਲੈਫਟ ਔਰੀਕਲ, ਆ ਨੀਚੇ ਵਾਲਾ ਹੁੰਦਾ ਲੈਫਟ ਵੈਂਟਰੀਕਲ। ਠੀਕ ਹੈ, ਆਹ ਵਾਲਾ ਹੈਗਾ ਆਪਣੇ ਕੋਲ ਰਾਈਟ ਔਰੀਕਲ, ਆਹ ਵਾਲਾ ਪਾਰਟ ਜਿਹਨੂੰ ਮੈਂ 1 ਲਿਖ ਰਹੀ ਹਾਂ ਇਹ ਹੈਗਾ ਰਾਈਟ ਔਰੀਕਲ। ਸੈਕਿੰਡ ਵਾਲਾ ਆਪਣੇ ਕੋਲ ਹੈਗਾ ਰਾਈਟ ਵੈਂਟਰੀਕਲ। ਆਹ ਥਰਡ ਵਾਲਾ ਪਾਰਟ ਜਿਹੜਾ ਮੈਂ ਲਿਖ ਰਹੀ ਹਾਂ, ਅਤੇ ਥਰਡ ਆਪਣੇ ਕੋਲ ਹੈਗਾ ਲੈਫਟ ਵੈਂਟਰੀਕਲ, ਅਤੇ ਆਹ ਲੈਫਟ ਔਰੀਕਲ, ਅਤੇ ਆਹ ਫੋਰਥ ਵਾਲਾ ਹੈਗਾ ਲੈਫਟ ਵੈਂਟਰੀਕਲ। ਮਤਲਬ ਉੱਪਰਲੇ ਆਪਣੇ ਕੋਲ ਹੈਗੇ ਔਰੀਕਲ, ਨਿਚਲੇ ਵੈਂਟਰੀਕਲ। ਆ ਵੀ ਰਾਈਟ, ਉੱਧਰਲਾ ਆ ਵੀ ਲੈਫਟ ਅਤੇ ਆ ਵੀ ਲੈਫਟ। ਇੱਦਾਂ ਯਾਦ ਰੱਖਿਓ। ਠੀਕ ਹੈ, ਕਿਵੇਂ ਯਾਦ ਰੱਖਣਾ? ਦੇਖੋ ਦੁਬਾਰਾ ਦੱਸ ਰਹੀ ਹੈ। ਆਪਣੇ ਕੋਲ ਹਾਰਟ ਹੈ, ਹਾਰਟ ਵਿੱਚ 4 ਚੈਂਬਰਸ ਬਣੇ ਹੋਏ ਆ। ਚਾਰੋਂ ਚੈਂਬਰਸ ਦੇ ਵਿੱਚ ਜਿਹੜੇ ਉੱਪਰਲੇ ਹੁੰਦੇ ਆ, ਉੱਪਰਲੇ ਨੂੰ ਆਪਾਂ ਬੋਲਦੇ ਹਾਂ ਔਰੀਕਲ। ਠੀਕ ਹੈ, ਆ ਵੀ ਔਰੀਕਲ ਹੈ, ਆ ਵੀ ਔਰੀਕਲ ਹੈ। ਠੀਕ ਹੈ, ਆ ਵੈਂਟਰੀਕਲ ਹੈ ਅਤੇ ਆ ਵੀ ਵੈਂਟਰੀਕਲ ਹੈ। ਕਲੀਅਰ? ਇੱਧਰ ਵਾਲੀ ਸਾਈਡ ਹੁੰਦੀ ਹੈ ਰਾਈਟ ਅਤੇ ਆ ਵੀ ਹੁੰਦੀ ਹੈ ਰਾਈਟ। ਇੱਧਰ ਵਾਲੀ ਸਾਈਡ ਹੁੰਦੀ ਹੈ ਲੈਫਟ ਅਤੇ ਆ ਵੀ ਹੁੰਦੀ ਹੈ ਲੈਫਟ। ਮਤਲਬ ਹਿਊਮਨ ਹਾਰਟ ਵਿੱਚ ਆ ਵਾਲੀ ਚੀਜ਼ ਹੈ ਰਾਈਟ ਔਰੀਕਲ, ਰਾਈਟ ਵੈਂਟਰੀਕਲ, ਲੈਫਟ ਔਰੀਕਲ, ਲੈਫਟ ਵੈਂਟਰੀਕਲ। 4 ਚੈਂਬਰਸ ਹੈ, 4 ਚੈਂਬਰਸ ਦੇ ਨੇਮ ਹੈ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ The process of blood circulation begins when the vena cava brings deoxygenated blood from all parts of the body to right auricle. ਸਭ ਤੋਂ ਪਹਿਲਾਂ ਬਲੱਡ ਸਰਕੂਲੇਸ਼ਨ ਸ਼ੁਰੂ ਕਿੱਥੋਂ ਹੁੰਦਾ ਹੈ ਕਿ ਜਿਹੜਾ ਆਪਣਾ ਵੇਨਾ ਕਾਵਾ ਹੁੰਦਾ ਹੈ, ਲਾਰਜੈਸਟ ਵੇਨ ਹੈ ਜਿਹੜੀ ਆਹ ਵਾਲੀ ਵੇਨਾ ਕਾਵਾ ਕੀ ਕਰੂਗਾ? ਆਪਣੀ ਪੂਰੀ ਬਾਡੀ ਦੇ ਵਿੱਚੋਂ ਡੀਆਕਸੀਜਨੇਟਡ ਬਲੱਡ ਲੈ ਕੇ ਆਊਗਾ ਅਤੇ ਉਹਨੂੰ ਕਿੱਥੇ ਪਹੁੰਚਾ ਦੂਗਾ? ਇੱਥੇ ਰਾਈਟ ਔਰੀਕਲ ਦੇ ਵਿੱਚ। ਸਭ ਤੋਂ ਮੇਨ ਕੰਮ ਕੀ ਹੈ ਕਿ ਜਿਹੜਾ ਆਪਣਾ ਵੇਨਾ ਕਾਵਾ ਹੈ ਉਹ ਡੀਆਕਸੀਜਨੇਟਡ ਬਲੱਡ ਲੈ ਕੇ ਆਊਗਾ ਸਾਰੀ ਬਾਡੀ ਪਾਰਟਸ ਤੋਂ ਅਤੇ ਰਾਈਟ ਔਰੀਕਲ ਤੱਕ ਦੇ ਆਊਗਾ। ਇਹ ਆਪਣੀ ਮੰਨ ਲਓ ਬਾਡੀ ਤੋਂ ਡੀਆਕਸੀਜਨੇਟਡ ਬਲੱਡ ਆਇਆ
वेना कावा विच, बॉडी विचों डीऑक्सीजनेटेड ब्लड वेना कावा ने की करना है, राइट ऑरिकल च लियाना है। ये फर्स्ट स्टैप है, ठीक है। सैकेंड स्टैप अपने को की है, द राइट ऑरिकल पंप दिस ब्लड इनटू राइट वेंट्रिकल। हुण सैकेंड स्टैप की है कि जिहड़ा राइट ऑरिकल है, जिन्ना ब्लड डीऑक्सीजनेटेड ब्लड राइट ऑरिकल विच आऊगा, ये सारा ब्लड की है, ये नीचे नूं ट्रांसफर कर दूगा काहदे विच, राइट वेंट्रिकल विच। सब तो पहला ब्लड वेना कावा लऊगा, डीऑक्सीजनेटेड ब्लड लऊगा सारे बॉडी पार्ट्स तो, वो डीऑक्सीजनेटेड ब्लड की है राइट ऑरिकल च जाऊगा, फिर राइट ऑरिकल की है अगे पंप कर दूगा राइट वेंट्रिकल, ठीक है। नैक्सट आ गया, द राइट ऑरिकल पंप द ब्लड इनटू राइट वेंट्रिकल विच पंप इट इनटू द पल्मनरी आर्टरी। बाद विच की है कि ये जिहड़ी हैगी है इहनूं पल्मनरी आर्टरी विच पंप कर दूगा। पल्मनरी आर्टरी हुण अपने कोल किहड़ी है, आ रही पल्मनरी आर्टरी। फिर ये जिहड़ा सारा ब्लड है ये इत्थों मूव करदा होया पल्मनरी आर्टरी विच। आ वाली जिहड़ी ग्रीन ग्रीन आपां शो हो रही है, ये पल्मनरी आर्टरी है, ठीक है। पहला ब्लड कित्थों आया, वेना कावा तो, आ वेना कावा है, ठीक है। वेना कावा तो डीऑक्सीजनेटेड ब्लड आया राइट ऑरिकल वल, फिर राइट ऑरिकल तो ब्लड गया राइट वेंट्रिकल विच, फिर राइट वेंट्रिकल चो ब्लड गया पल्मनरी आर्टरी विच, ठीक है। पल्मनरी आर्टरी एक इदां दी आर्टरी है जिहड़ा कल्ला डीऑक्सीजनेटेड ब्लड लैंदी है, तो सारा डीऑक्सीजनेटेड ब्लड किधर गया, पल्मनरी आर्टरी विच। नैक्सट कह रहा है, दिस आर्टरी टेक्स द ब्लड फ्रॉम द टू द लंग्स फॉर ऑक्सीजनेशन। हुण पल्मनरी आर्टरी की करूगी, ये सारा ब्लड की अगे लंग्स को लै जूगी, ये की करूगी लंग्स को ब्लड लै जूगी, ठीक है। लंग्स को लै जूगी तां जो कि जिहड़ा भी डीऑक्सीजनेटेड ब्लड आ रहा सीगा, ये डीऑक्सीजनेटेड ब्लड काहदे च कन्वर्ट हो जे, ऑक्सीजनेटेड ब्लड विच, क्लीयर। हुण लंग्स की करनगियां, डीऑक्सीजनेटेड ब्लड नूं जो पल्मनरी आर्टरी चों आ रहा है उहनूं अपना ऑक्सीजनेटेड विच कन्वर्ट कर देगी, ठीक है। द ऑक्सीजनेटेड ब्लड फ्रॉम द लंग इज़ रिसीवड बाय लैफ्ट ऑरिकल। हुण मान लो इत्थे लंग्स ने की कीता, अपने ब्लड नूं करता ऑक्सीजनेटेड, ऑक्सीजनेटेड करन तो बाद की होणगियां इत्थे ये ब्लड ऑक्सीजनेटेड ब्लड आ जाऊगा अपना लैफ्ट ऑरिकल च। हुण ऑक्सीजनेटेड ब्लड लंग्स दे थ्रू काहदे च आ जाऊगा, लैफ्ट ऑरिकल विच। बाद विच की है, थ्रू द पल्मनरी वेन्स, काहदे थ्रू आऊगा, पल्मनरी वेन्स के थ्रू। आ वाली जिहड़ियां वेन्स लगियां होईयां ना, आ दो, ये दो वेन्स के थ्रू की है जिहड़ा ब्लड है वो लैफ्ट ऑरिकल च आ जाऊगा, ठीक है। नैक्सट आ गया अपने कोल, इट इज़ दैन पंप्ड टू लैफ्ट वेंट्रिकल। हुण लैफ्ट ऑरिकल च तो आ गया, हुण की है ब्लड लैफ्ट वेंट्रिकल में चला जाऊगा। हुण ऑक्सीजनेटेड ब्लड है, इधर वाली साइड राइट वाली साइड सारा डीऑक्सीजनेटेड ब्लड सीगा, इधर भी डीऑक्सीजनेटेड सीगा, बट ये की कीता, लैफ्ट आर्टरी ने ये ब्लड लंग्स को भेजिया, लंग्स ने उन्होंने ऑक्सीजनेटेड करता, ऑक्सीजनेटेड ब्लड बाद चों आऊगा लैफ्ट ऑरिकल विच, बाद चों लैफ्ट ऑरिकल काहदे चला जाऊगा, लैफ्ट वेंट्रिकल विच। द लैफ्ट वेंट्रिकल इन टर्न्स पंप द ब्लड इनटू आयोटा थ्रू विच इट सप्लाई टू रेस्ट ऑफ द बॉडी। इस तो बाद की होगा कि जिहड़ा ब्लड इत्थे ऑक्सीजनेटेड हो गया, ऑक्सीजनेटेड होने तो बाद ये ब्लड की है इत्थे आ गया आयोटा, आ रहा आयोटा, ये आयोटा च जाऊगा तो आयोटा च जान तो बाद सारी बॉडी विच ट्रांसफर हो जाऊगा। माइट भी थोड़ा बहुत प्रोसैस तुहानूं समझ आया होगा, ये प्रोसैस विच की सी, दोबारा समझा रही हैं। प्रोसैस विच की सीगा, सब तो पहले आपां गल करनी है वेना कावा दी। वेना कावा की करूगा, ये वेना कावा बॉडी तो, वेना कावा का काम की है कि यह डीऑक्सीजनेटेड ब्लड लैके आऊगा, आ वेना कावा डीऑक्सीजनेटेड ब्लड लैके आऊगा बॉडी तो, डिफरेंट पार्ट्स ऑफ द बॉडी तो डीऑक्सीजनेटेड ब्लड लैके आया, ब्लड नूं कित्थे पास करता उन्हें, राइट ऑरिकल विच, ठीक है। फिर जो डीऑक्सीजनेटेड ब्लड जो राइट ऑरिकल च आया, ये राइट ऑरिकल तो बाद पास हो जाऊगा राइट वेंट्रिकल दे विच। फिर की होगा, इस पल्मनरी वेन चों, आ वाली अपने कोल पल्मनरी वेन है, ये पल्मनरी वेन या पल्मनरी आर्टरी सॉरी, ये जी अपने कोल पल्मनरी आर्टरी है, पल्मनरी आर्टरी की करूगी, डीऑक्सीजनेटेड ब्लड लऊगी, डीऑक्सीजनेटेड ब्लड नूं लंग्स कोल भेज दूगी, ठीक है। फिर लंग्स वो डीऑक्सीजनेटेड ब्लड नूं ऑक्सीजनेटेड बनाउणगे, फिर ये ऑक्सीजनेटेड ब्लड पल्मनरी वेन्स कोल जाऊगा, ठीक है। पल्मनरी वेन्स तो बाद चला जाऊगा लैफ्ट ऑरिकल दे विच, ठीक है। हुण डीऑक्सीजनेटेड ब्लड पल्मनरी वेन थ्रू लैफ्ट ऑरिकल च गया, लैफ्ट ऑरिकल च जान तो बाद जाऊगा लैफ्ट वेंट्रिकल विच, ऑक्सीजनेटेड ब्लड ही है, ठीक है सारा। फिर ये जिहड़ा ब्लड है आयोटा के थ्रू, इत्थों आ आयोटा के थ्रू सारी बॉडी विच की है चला जाऊगा,
ਤਾਂ ਇਹ ਪ੍ਰੋਸੈਸ ਹੁੰਦਾ ਹੈ ਕਿ ਆਪਣਾ ਬਲੱਡ ਕਿਵੇਂ ਡੀਆਕਸੀਜਨੇਟਡ ਬਲੱਡ ਨੂੰ ਆਕਸੀਜਨੇਟਡ ਬਣਾ ਕੇ ਆਪਣੀ ਬਾਡੀ ਵਿੱਚ ਮਤਲਬ ਮੂਵ ਕਰਵਾਉਂਦਾ ਹੈ। ਇਹ ਸਾਰਾ ਪ੍ਰੋਸੈਸ ਹੈ। ਸੋ ਆਪਾਂ ਨੂੰ ਦੱਸਿਆ ਹੋਇਆ ਹੈ ਕਿ ਆਪਣੇ ਪਹਿਲਾਂ ਲੈਫਟ ਵੈਂਟਰੀਕਲ ਇੱਥੋਂ ਸ਼ੁਰੂ ਕਰਨੀ ਹੈ, ਲੰਗਸ ਤੋਂ ਪਲਮਨਰੀ ਵੇਨਸ 'ਚ ਆਉਂਦਾ, ਪਲਮਨਰੀ ਵੇਨਸ 'ਚੋਂ ਲੈਫਟ ਔਰੀਕਲਸ, ਫਿਰ ਲੈਫਟ ਵੈਂਟਰੀਕਲਸ, ਫਿਰ ਆਇਓਟਾ ਜਾਂਦਾ, ਫਿਰ ਸਾਰੀ ਬਾਡੀ ਦੇ ਵਿੱਚ ਚਲਾ ਜਾਂਦਾ। ਨੈਕਸਟ ਟੌਪਿਕ ਆਪਣੇ ਆ ਗਿਆ ਆਪਣੇ ਕੋਲ ਬਲੱਡ ਪ੍ਰੈਸ਼ਰ। ਬਲੱਡ ਪ੍ਰੈਸ਼ਰ ਕੀ ਹੈ? ਦੇਖੋ ਜਿਹੜੇ ਵੀ ਆਪਣੀ ਆਰਟਰੀਜ਼ ਹੈ, ਆਰਟਰੀਜ਼ ਵਿੱਚ ਕੀ ਮੂਵ ਕਰਦਾ? ਆਕਸੀਜਨੇਟਡ ਬਲੱਡ। ਹੁਣ ਕੋਈ ਵੀ ਚੀਜ਼ ਵੇਖੋ, ਆਰਟਰੀਜ਼ ਵੈਸੇ ਮਤਲਬ ਕਿ ਥੋੜ੍ਹੀ ਪਤਲੀਆਂ ਹੁੰਦੀਆਂ, ਮਤਲਬ ਇਹਨਾਂ ਵਿੱਚ ਜਦੋਂ ਬਲੱਡ ਫਲੋ ਕਰਦਾ ਹੈ, ਬਲੱਡ ਫਲੋ ਕਰਨ 'ਤੇ ਬਲੱਡ ਨਾ ਵਾਲਸ 'ਤੇ ਪ੍ਰੈਸ਼ਰ ਕ੍ਰੀਏਟ ਕਰਦਾ ਜਾਂਦਾ, ਅਤੇ ਕਿੰਨਾ ਪ੍ਰੈਸ਼ਰ ਇਹ ਬਲੱਡ ਵਾਲਸ 'ਤੇ ਲਗਾ ਕੇ ਜਾਂਦਾ ਹੈ, ਉਹ ਪ੍ਰੈਸ਼ਰ ਨੂੰ ਆਪਾਂ ਬੋਲਦੇ ਹਾਂ ਬਲੱਡ ਪ੍ਰੈਸ਼ਰ। ਬਲੱਡ ਪ੍ਰੈਸ਼ਰ ਇਜ਼ ਡਿਫਾਈਨਡ ਐਜ਼ ਅ ਪ੍ਰੈਸ਼ਰ ਐਗਜ਼ਰਟਡ ਬਾਈ ਬਲੱਡ ਅਗੇਂਸਟ ਦਾ ਵਾਲ ਆਫ ਆਰਟਰੀਜ਼। ਠੀਕ ਹੈ। ਵੈਨ ਹਾਰਟ ਬੀਟਸ, ਜਦੋਂ ਆਪਣਾ ਹਾਰਟ ਬੀਟ ਕਰਦਾ, ਇਟ ਕੰਟਰੈਕਟਸ ਐਂਡ ਰਿਲੈਕਸ ਕੰਟੀਨਿਊਸਲੀ। ਪਹਿਲਾਂ ਆਪਣਾ ਹਾਰਟ ਕੰਟਰੈਕਟ ਕਰਦਾ, ਫਿਰ ਰਿਲੈਕਸ ਕਰ ਜਾਂਦਾ। ਠੀਕ ਹੈ। ਡਿਊਰਿੰਗ ਦਾ ਕੰਟਰੈਕਸ਼ਨ ਫੇਜ਼, ਜਦੋਂ ਆਪਣਾ ਬਲੱਡ ਕੰਟਰੈਕਟ ਕਰਦਾ, ਜਿਵੇਂ ਮੰਨ ਲਓ ਆਪਣਾ ਕੰਟਰੈਕਟ, ਮੰਨ ਲਓ ਆਪਣੀ ਮੁੱਠੀ ਖੁੱਲ੍ਹੀ ਹੈ, ਠੀਕ ਹੈ, ਆਪਣੀ ਮੁੱਠੀ ਕੰਟਰੈਕਟ ਕਰ ਮਤਲਬ ਕੀ ਹੈ, ਪਹਿਲਾਂ ਬੰਦ ਕਰੋ ਫਿਰ ਖੋਲ੍ਹੋ, ਬੰਦ ਕਰੋ ਖੋਲ੍ਹੋ, ਇੱਦਾਂ ਕੰਟਰੈਕਟ ਕਰਦਾ, ਰਿਲੈਕਸ ਕਰ ਜਾਂਦਾ। ਜਦੋਂ ਮੰਨ ਲਓ ਮੁੱਠੀ ਬੰਦ ਹੈ ਉਦੋਂ ਕੰਟਰੈਕਟ ਕਰ ਗਿਆ, ਜਦੋਂ ਮੁੱਠੀ ਖੁੱਲ੍ਹ ਗਈ ਉਦੋਂ ਰਿਲੈਕਸ ਕਰ ਗਿਆ। ਡਿਊਰਿੰਗ ਦਾ ਕੰਟਰੈਕਸ਼ਨ ਫੇਜ਼, ਜਦੋਂ ਆਪਣਾ ਹਾਰਟ ਕੰਟਰੈਕਟ ਕਰਦਾ, ਕੰਟਰੈਕਟ ਵਾਲੇ ਕੀ ਹੁੰਦਾ, ਦ ਹਾਰਟ ਪੁਸ਼ਿਜ਼ ਦਾ ਬਲੱਡ ਐਟ ਅ ਗ੍ਰੇਟ ਫੋਰਸ। ਜਦੋਂ ਆਪਣਾ ਹਾਰਟ ਕੀ ਹੈ ਕੰਟਰੈਕਟ ਕਰਦਾ ਨਾ, ਤਾਂ ਹਾਰਟ ਆਪਣਾ ਬਹੁਤ ਫੋਰਸ ਨਾਲ ਬਲੱਡ ਨੂੰ ਆਰਟਰੀਜ਼ ਵਿੱਚੋਂ ਫਲੋ ਕਰਵਾਉਂਦਾ। ਤਾਂ ਇੱਥੇ ਕੀ ਹੋਊਗਾ? ਹਾਈ ਪ੍ਰੈਸ਼ਰ। ਓਬਵੀਅਸ ਹੈ ਜੇ ਉਹ ਬਲੱਡ ਹਾਈ ਪ੍ਰੈਸ਼ਰ ਨਾਲ ਮੂਵ ਕਰਵਾ ਰਿਹਾ ਤਾਂ ਬਲੱਡ ਦਾ ਹਾਈ ਪ੍ਰੈਸ਼ਰ ਹੋਊਗਾ। ਅਤੇ ਜਦੋਂ ਆਪਣਾ ਹਾਰਟ ਕੰਟਰੈਕਟ ਕਰਦਾ, ਜਦੋਂ ਆਪਣਾ ਹਾਰਟ ਕੰਟਰੈਕਟ ਕਰਦਾ, ਕੰਟਰੈਕਟ ਕਰਨ 'ਤੇ ਹਾਰਟ ਬਹੁਤ ਸਾਰੇ ਪ੍ਰੈਸ਼ਰ ਨਾਲ ਬਲੱਡ ਨੂੰ ਭੇਜਦਾ, ਅਤੇ ਉਸ ਪ੍ਰੈਸ਼ਰ ਨੂੰ ਆਪਾਂ ਬੋਲਦੇ ਹਾਂ ਸਿਸਟੋਲਿਕ ਪ੍ਰੈਸ਼ਰ। ਸਿਸਟੋਲਿਕ ਪ੍ਰੈਸ਼ਰ ਕੀ ਹੈ? ਦੁਬਾਰਾ ਸਮਝ ਲਓ ਕਿ ਜਿਹੜਾ ਹਾਰਟ ਹੈ ਉਹ ਕੰਟਰੈਕਟ ਵੀ ਕਰਦਾ, ਰਿਲੈਕਸ ਵੀ ਕਰਦਾ। ਕੰਟਰੈਕਟ ਕਰਨ 'ਤੇ ਕੀ ਹੋਊਗਾ? ਕੰਟਰੈਕਟ ਮੰਨ ਲਓ ਆਪਣੀ ਮੁੱਠੀ ਬੰਦ ਹੈ, ਰਿਲੈਕਸ ਮਤਲਬ ਮੁੱਠੀ ਖੁੱਲ੍ਹ ਗਈ, ਕੰਟਰੈਕਟ ਮਤਲਬ ਮੁੱਠੀ ਬੰਦ, ਰਿਲੈਕਸ ਮਤਲਬ ਮੁੱਠੀ ਖੁੱਲ੍ਹ ਗਈ, ਇੱਦਾਂ ਹੀ ਹਾਰਟ ਬੀਟ ਕਰਦਾ ਰਹਿੰਦਾ। ਠੀਕ ਹੈ। ਕੰਟਰੈਕਟ ਫੇਸ ਵਿੱਚ ਕੀ ਹੋਊਗਾ? ਜਦੋਂ ਹਾਰਟ ਕੰਟਰੈਕਟ ਕਰੂਗਾ ਨਾ, ਤਾਂ ਹਾਰਟ ਬਲੱਡ ਨੂੰ ਬਹੁਤ ਜ਼ਿਆਦਾ ਸਪੀਡ ਨਾਲ, ਜ਼ਿਆਦਾ ਫੋਰਸ ਨਾਲ ਪੁਸ਼ ਕਰੂਗਾ, ਉਹਦੇ ਕਰਕੇ ਹਾਈ ਪ੍ਰੈਸ਼ਰ ਨਾਲ ਬਲੱਡ ਫਲੋ ਕਰਨਾ ਸ਼ੁਰੂ ਕਰ ਜੂਗਾ। ਅਤੇ ਇਹ ਵਾਲੇ ਫੇਸ ਨੂੰ, ਇਸ ਕੰਟਰੈਕਸ਼ਨ ਫੇਸ ਨੂੰ ਆਪਾਂ ਬੋਲਦੇ ਹਾਂ ਸਿਸਟੋਲਿਕ ਪ੍ਰੈਸ਼ਰ। ਅਤੇ ਜਦੋਂ ਆਪਣਾ ਹਾਰਟ ਰਿਲੈਕਸ ਕਰ ਜੂਗਾ, ਰਿਲੈਕਸ ਕਰਨ 'ਤੇ ਕੀ ਆਪਣਾ ਜਿਹੜਾ ਪ੍ਰੈਸ਼ਰ ਆ ਉਹ ਮਿਨੀਮਮ ਹੋ ਜੂਗਾ, ਘੱਟ ਜੂਗਾ ਨਾ, ਕਿਉਂਕਿ ਉੱਥੇ ਫੋਰਸ ਬਹੁਤ ਘੱਟ ਹੁੰਦੀ ਹੈ ਹਾਰਟ ਦੁਆਰਾ ਬਲੱਡ ਨੂੰ, ਤਾਂ ਉਹ ਪ੍ਰੈਸ਼ਰ ਨੂੰ ਆਪਾਂ ਬੋਲਦੇ ਹਾਂ ਡਾਇਸਟੋਲਿਕ ਪ੍ਰੈਸ਼ਰ। ਠੀਕ ਹੈ। ਤਾਂ ਬਲੱਡ ਪ੍ਰੈਸ਼ਰ ਨੂੰ ਆਪਾਂ ਮੈਜਰ ਵੀ ਕਰ ਸਕਦੇ ਹਾਂ, ਕਿਹੜੇ ਇੰਸਟਰੂਮੈਂਟ ਨਾਲ? ਸਿਸਮਾਈਨੋਗੋ ਮੈਨੋਮੀਟਰ ਹੁੰਦਾ ਇੱਕ, ਉਹਦੇ ਮਤਲਬ ਕਿ ਯੂਜ਼ ਨਾਲ ਆਪਾਂ ਕੀ ਹੈ ਬਲੱਡ ਪ੍ਰੈਸ਼ਰ ਨੂੰ ਮੈਜਰ ਕਰ ਸਕਦੇ ਹਾਂ। The normal value of blood pressure of adult human is 120/80 mmHg। ਜਿਹੜਾ ਨਾਰਮਲ ਬਲੱਡ ਪ੍ਰੈਸ਼ਰ ਹੁੰਦਾ ਇਹ ਹੁੰਦਾ 120/80, ਮਤਲਬ ਉੱਪਰਲਾ ਬਲੱਡ ਇੰਨਾ ਹੁੰਦਾ, ਨੀਚੇ ਵਾਲਾ ਬਲੱਡ ਇੰਨਾ ਹੁੰਦਾ। ਠੀਕ ਹੈ। ਇਹਦੇ ਵਿੱਚ ਕੀ ਹੈ 120 ਕੀ ਹੈ? ਸਿਸਟੋਲਿਕ ਪ੍ਰੈਸ਼ਰ। ਸਿਸਟੋਲਿਕ ਪ੍ਰੈਸ਼ਰ ਕੀ ਵੱਧ ਤੋਂ ਵੱਧ ਹਾਈ ਪ੍ਰੈਸ਼ਰ 'ਤੇ ਜਦੋਂ ਬਲੱਡ ਜਾਊਗਾ ਉਹ 120 ਹੋ ਸਕਦਾ ਹੈ। ਡਾਇਸਟੋਲਿਕ ਪ੍ਰੈਸ਼ਰ ਕੀ ਹੈ 80 ਹੋ ਸਕਦਾ। ਅਤੇ MMH ਦਾ ਮਤਲਬ ਕੀ ਹੈ ਮਿਲੀਮੀਟਰ ਆਫ ਮਰਕਰੀ। ਜਿਵੇਂ ਆਪਾਂ ਕੋਈ ਵੀ ਮਤਲਬ ਕਿ ਲਿਖਣ ਲਈ ਐਸਆਈ ਯੂਨਿਟ ਵਗੈਰਾ ਲਿਖਦੇ, ਯੂਨਿਟ ਵਗੈਰਾ ਕਰਦੇ ਹਾਂ, ਜਿਵੇਂ 5 kg ਮੰਨ ਲਓ ਜਾਂ 5 ਮੀਟਰ, ਤਾਂ ਇਹਦੇ ਵਿੱਚ ਵੀ ਬਲੱਡ ਨੂੰ ਮੈਜਰ ਕਰਨ ਲਈ ਆਪਾਂ ਆਹ ਵਾਲੀ ਯੂਨਿਟ ਯੂਜ਼ ਕਰਦੇ ਹਾਂ MMHg, ਦੈਟ ਇਜ਼ ਮਿਲੀਮੀਟਰ ਆਫ ਮਰਕਰੀ। ਨੈਕਸਟ ਆ ਗਿਆ ਐਨੀ ਡਿਸਟਰਬੈਂਸ ਇਨ ਦਾ ਨਾਰਮਲ ਬਲੱਡ ਪ੍ਰੈਸ਼ਰ ਰੇਂਜ ਅਫੈਕਟ ਦਾ ਹੈਲਥ ਆਫ ਦਾ ਇੰਡੀਵਿਜੂਅਲ। ਜੇ ਆਪਣੇ ਬਲੱਡ ਦੇ ਪ੍ਰੈਸ਼ਰ ਵਿੱਚ ਕਈਆਂ ਨੂੰ ਹਾਈ ਬਲੱਡ ਪ੍ਰੈਸ਼ਰ ਹੁੰਦਾ, ਕਈਆਂ ਦਾ ਪ੍ਰੈਸ਼ਰ ਲੋ ਹੋ ਜਾਂਦਾ, ਤਾਂ ਇਹ ਜੇ ਡਿਸਟਰਬੈਂਸ ਹੋ ਜੇ ਨਾਰਮਲ ਬਲੱਡ ਪ੍ਰੈਸ਼ਰ ਦੇ ਵਿੱਚ, ਤਾਂ ਇੰਡੀਵਿਜੂਅਲ ਦੀ ਹੈਲਥ 'ਤੇ ਇਫੈਕਟ ਹੋ ਸਕਦਾ। ਇਹ ਬਹੁਤ ਸਾਰੀਆਂ ਹੈਲਥ ਪ੍ਰੋਬਲਮ ਵੀ ਆ ਸਕਦੀਆਂ, ਜਿਵੇਂ ਹਾਰਟ ਅਟੈਕ ਹੋ ਸਕਦਾ, ਸਟ੍ਰੋਕ ਆ ਸਕਦਾ, ਕਿਡਨੀ ਫੇਲੀਅਰ ਹੋ ਸਕਦੇ ਆ। ਤਾਂ ਬਲੱਡ ਪ੍ਰੈਸ਼ਰ ਆਪਣਾ ਹਮੇਸ਼ਾ ਮੇਨਟੇਨ ਰਹਿਣਾ ਚਾਹੀਦਾ। ਠੀਕ ਹੈ। The more aerobic exercises you do, the stronger your heart muscles become। ਕਹਿੰਦੇ ਜਿੰਨਾ ਆਪਾਂ ਐਕਸਰਸਾਈਜ਼ ਕਰਦੇ ਹਾਂ ਉਨੇ ਜਿਹੜੇ ਆਪਣਾ ਹਾਰਟ ਮਸਲਸ ਹੈ ਉਹ ਸਟਰੋਂਗ ਬਣਦੀਆਂ। ਠੀਕ ਹੈ। ਮਤਲਬ ਕੀ ਹੈ ਕਿ ਆਪਾਂ ਨੂੰ ਆਪਣੀ ਫਿਜ਼ੀਕਲ ਫਿਟਨੈਸ ਰੱਖਣੀ ਚਾਹੀਦੀ ਹੈ। ਇਹਦੇ ਨਾਲ ਕੀ ਹੋਊਗਾ? ਜੇ ਆਪਣੀ ਫਿਜ਼ੀਕਲ ਫਿਟਨੈਸ ਰਹੂਗੀ ਨਾ, ਆਪਾਂ ਨੂੰ ਹਾਰਟ ਬੀਟ, ਜਿਹੜਾ ਆਪਣਾ ਹਾਰਟ ਰੇਟ ਹੈ ਉਹ ਹਮੇਸ਼ਾ ਕੀ ਸਹੀ ਰਹੂਗਾ। ਠੀਕ ਹੈ। ਜਿਹੜੇ ਹਾਰਟ ਰੇਟਸ ਹੈ ਐਥਲੀਟਸ ਦੇ, ਉਹ ਹਮੇਸ਼ਾ ਲੋਅਰ ਰਹਿੰਦੇ ਆ। ਕਿਉਂਕਿ ਜਿਹੜੇ ਐਥਲੀਟਸ ਆ ਬਹੁਤ ਸਾਰੀ ਫਿਜ਼ੀਕਲ ਫਿਟਨੈਸ ਰੱਖਦੇ ਆ, ਉਹ ਬਹੁਤ ਸਾਰੀ ਐਕਸਰਸਾਈਜ਼ ਕਰਦੇ ਆ। ਐਕਸਰਸਾਈਜ਼ ਕਰਨ ਨਾਲ ਕੀ ਹੁੰਦਾ, ਜਿਹੜੇ ਹਾਰਟ ਮਸਲਸ ਆ ਉਹ ਸਟਰੋਂਗਰ ਹੁੰਦੇ ਆ।
ਸਟਰੋਂਗਰ ਹੋਣ ਨਾਲ ਕੀ ਹੁੰਦਾ ਬਲੱਡ ਨੂੰ ਮਤਲਬ ਕਿ ਇੰਨਾ ਵਰਕ ਨਹੀਂ ਕਰਨਾ ਪੈਂਦਾ, ਉਹ ਈਜ਼ੀਲੀ ਕੀ ਹੈ ਬਲੱਡ ਨੂੰ ਪੁਸ਼ ਕਰ ਦਿੰਦਾ ਬਲੱਡ ਵੈਸਲਸ ਵਿੱਚ। ਤਾਂ ਆਪਾਂ ਨੂੰ ਕੀ ਹੈ ਡੇਲੀ ਬੇਸਿਸ 'ਤੇ ਫਿਜ਼ੀਕਲ ਫਿਟਨੈਸ ਲਈ ਆਪਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ।